ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਆਪਣੇ ਚੈਨਲ ਬਾਈ ਨੇਚਰ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਚਰਚਾ ਕਰ ਰਹੇ ਸੀ ਕਿ ਮਹਾਤਮਾ ਬੁੱਧ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਨੇੜੇ ਵਿਚਰਨ ਵਾਲੇ ਭਿੱਖੂਆਂ ਨੇ ਮਹਾਤਮਾ ਬੁੱਧ ਜੀ ਦੇ ਮੂੰਹ ਵਿੱਚੋਂ ਸੁਣੇ ਵਿਚਾਰਾਂ ਨੂੰ ਲਿਖਤੀ ਰੂਪ ਦੇਣਾ ਸ਼ੁਰੂ ਕੀਤਾ ਅਤੇ ਲਿਖਤੀ ਰੂਪ ਵਿੱਚ ਇਕੱਠੇ ਕੀਤੇ ਗਏ ਇਹਨਾਂ ਵਿਚਾਰਾਂ ਨੂੰ ਉਹਨਾਂ ਨੇ ਧੰਮਪਦ ਦਾ ਨਾਮ ਦਿੱਤਾ। ਇਹਨਾਂ ਵਿਚਾਰਾਂ ਦੇ ਵਿੱਚ ਮਹਾਤਮਾ ਬੁੱਧ ਜੀ ਦੀ ਸੂਖਮਤਾ ਅਤੇ ਮਾਨਵਤਾ ਪ੍ਰੇਮੀ ਸੋਚ ਅਤੇ ਪਹੁੰਚ ਬਹੁਤ ਲੁਕੀ ਹੋਈ ਸੀ। ਆਪਾਂ ਅੱਜ ਚਰਚਾ ਕਰਾਂਗੇ ਧਰਮਪਦ ਦੇ ਪਹਿਲੇ ਅਧਿਆਏ, ਜਿਹਨੂੰ ਪੰਜਾਬੀ ਵਿੱਚ ਜੁੜਵੇਂ ਰਾਹ ਕਹਾਂਗੇ। ਤੋ ਹੋਰ ਨਾ ਦੇਰ ਲਾਉਂਦੇ ਹੋਏ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਚਰਚਾ ਦਾ ਵਿਸ਼ਾ। ਸਾਡੇ ਜੀਵਨ ਨੂੰ ਘੜਨ ਵਾਲਾ ਸਾਡਾ ਆਪਣਾ ਹੀ ਮਨ ਹੁੰਦਾ ਹੈ। ਅਸੀਂ ਅੱਜ ਜੋ ਵੀ ਹਾਂ ਉਹ ਆਪਣੇ ਕੱਲ੍ਹ ਦੇ ਵਿਚਾਰਾਂ ਕਰਕੇ ਹਾਂ ਅਤੇ ਸਾਡੇ ਅੱਜ ਦੇ ਵਿਚਾਰ ਹੀ ਸਾਡੇ ਆਉਣ ਵਾਲੇ ਭਲਕੇ ਜੀਵਨ ਦੀ ਸਿਰਜਣਾ ਕਰਨਗੇ। ਖੋਟੇ ਮਨ ਨਾਲ ਬੋਲਣਾ ਜਾਂ ਵਿਚਾਰਨ ਕਰਨ ਵਾਲੇ ਬੰਦੇ ਮਗਰ ਦੁੱਖ ਤਾਂ ਇੰਝ ਹੀ ਲੱਗੇ ਹੁੰਦੇ ਨੇ ਜਿਵੇਂ ਗੱਡਾ ਢੋਣ ਵਾਲੇ ਬਲਦਾਂ ਮਗਰ ਪਈਏ। ਉੱਦਾਂ ਹੀ ਦੂਸਰੇ ਪਾਸੇ ਸਾਡੇ ਜੀਵਨ ਨੂੰ ਘੜਨ ਵਾਲਾ ਸਾਡਾ ਆਪਣਾ ਹੀ ਮਨ ਹੁੰਦਾ ਹੈ। ਅਸੀਂ ਅੱਜ ਜੋ ਵੀ ਸੋਚਦੇ ਹਾਂ ਉਹ ਸਾਡੇ ਭੁਲਕੇ ਦੇ ਵਿਚਾਰਾਂ ਕਰਕੇ ਹੈ ਅਤੇ ਸਾਡੇ ਅੱਜ ਦੇ ਵਿਚਾਰ ਹੀ ਸਾਡੇ ਆਉਣ ਵਾਲੇ ਸਮੇਂ ਦੀ ਆਉਣ ਵਾਲੇ ਜੀਵਨ ਦੀ ਸਿਰਜਣਾ ਕਰਨਗੇ। ਸਾਫ਼ ਮਨ ਨਾਲ ਬੋਲਣ ਜਾਂ ਵਿਚਰਨ ਵਾਲੇ ਬੰਦੇ ਮਗਰ ਖੁਸ਼ੀਆਂ ਇੰਝ ਚੱਲਦੀਆਂ ਨੇ ਜਿਵੇਂ ਉਸਦੇ ਮਗਰ ਉਸਦਾ ਪਰਛਾਵਾਂ ਚੱਲਦਾ ਹੋਵੇ। ਉਸਨੇ ਮੈਨੂੰ ਬੇਇੱਜ਼ਤ ਕੀਤਾ, ਉਸਨੇ ਮੇਰਾ ਨੁਕਸਾਨ ਕੀਤਾ, ਉਸਨੇ ਮੈਨੂੰ ਹਰਾ ਦਿੱਤਾ, ਉਸਨੇ ਮੈਨੂੰ ਧੋਖਾ ਦਿੱਤਾ। ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਦੇ ਵਿਚਾਰ ਭਰੇ ਪਏ ਨੇ ਉਹ ਨਫ਼ਰਤ ਤੋਂ ਮੁਕਤ ਨਹੀਂ ਹੋ ਸਕਦੇ। ਇਸ ਦੇ ਉਲਟ ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਦੇ ਵਿਚਾਰ ਨਹੀਂ ਰੱਖਦੇ ਜਾਂ ਉਹ ਵਿਚਾਰ ਨਹੀਂ ਆਉਂਦੇ ਤਾਂ ਉਹ ਨਫ਼ਰਤ ਤੋਂ ਮੁਕਤ ਹੋ ਜਾਂਦੇ ਨੇ। ਮਹਾਤਮਾ ਬੁੱਧ ਜੀ ਨੇ ਕਿਹਾ ਕਿ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਜਿੱਤਿਆ ਜਾ ਸਕਦਾ, ਨਫ਼ਰਤ ਨੂੰ ਸਿਰਫ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਹ ਇੱਕ ਸਦੀਵੀ ਸੱਚ ਹੈ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਸ ਦੁਨੀਆ ਅੰਦਰ ਮਿਲ ਜੁਲ ਕੇ ਰਹਿਣਾ ਹੈ। ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਉਹ ਇੱਕ ਦੂਜੇ ਨਾਲ ਲੜਾਈ ਨਹੀਂ ਕਰਦੇ। ਜਿਹੜਾ ਮਨੁੱਖ ਸਿਰਫ ਮੌਜ ਮੇਲੇ ਲਈ ਜਿਉਂਦਾ ਹੋਵੇ, ਜਿਸ ਦੀ ਰੂਹ ਸੁਹੱਪਣ ਗਵਾ ਬੈਠੀ ਹੋਵੇ ਅਤੇ ਜਿਹੜਾ ਖਾਣ ਪੀਣ 'ਚ ਖਚਿਤ ਹੋ ਗਿਆ ਹੋਵੇ, ਉਹ ਨਿਕੰਮਾ ਖਵਾਉਂਦਾ ਹੈ। ਉਹ ਨੇਕੀ ਦੀ ਤਾਕਤ ਤੋਂ ਵਿਰਵਾ ਰਹਿ ਜਾਂਦਾ ਹੈ। ਜਿਹੜਾ ਮਨੁੱਖ ਸਵਾਰਥ ਦੇ ਲੋਭ ਮੂਹਰੇ ਇਸ ਤਰ੍ਹਾਂ ਡਗਮਗਾ ਜਾਂਦਾ ਹੈ ਜਿਵੇਂ ਮਾੜਾ ਦਰਖਤ ਤੇਜ਼ ਹਵਾ ਨਾਲ ਹਲੂਣਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਜਿਹੜਾ ਮਨੁੱਖ ਸਿਰਫ ਮੌਜ ਮੇਲੇ ਲਈ ਨਹੀਂ ਜਿਉਂਦਾ, ਜਿਸ ਦੀ ਰੂਹ ਆਪਣੇ ਸੁਹੱਪਣ ਨੂੰ ਨਾ ਗਵਾਇਆ ਹੋਵੇ, ਜਿਹੜਾ ਖਾਣ ਪੀਣ ਵਿੱਚ ਸੰਜਮ ਵਰਤੇ ਅਤੇ ਜਿਸ ਕੋਲ ਨੇਕੀ ਦੀ ਤਾਕਤ ਅਤੇ ਭਰੋਸਾ ਹੋਵੇ, ਉਸ ਮੂਹਰੇ ਲੋਭ ਵੀ ਬੇਬਸ ਹੋ ਜਾਂਦਾ ਹੈ ਜਿਵੇਂ ਤੇਜ਼ ਹਵਾ ਵੱਡੀ ਚੱਟਾਨ ਮੂਹਰੇ ਲਾਚਾਰ ਹੋ ਜਾਂਦੀ ਹੈ। ਦੂਸਰੇ ਪਾਸੇ ਜਿਹੜਾ ਆਦਮੀ ਪੀਲਾ ਚੋਲਾ ਤਾਂ ਪਾ ਲਵੇ ਪਰ ਉਸਦਾ ਮਨ ਸਾਫ਼ ਨਾ ਹੋਵੇ ਅਤੇ ਨਾ ਹੀ ਉਹ ਆਪਣੇ ਅੰਦਰ ਸੱਚ ਅਤੇ ਸੁਹੱਪਣਾ ਨਿਵਾਸ ਕਰੇ, ਅਜਿਹਾ ਆਦਮੀ ਪਵਿੱਤਰ ਚੋਲੇ ਦੇ ਯੋਗ ਨਹੀਂ ਹੁੰਦਾ। ਪਰ ਜਿਹੜਾ ਆਦਮੀ ਬੁਰਾਈ ਤੋਂ ਦੂਰ ਰਹੇ, ਜਿਸ ਦਾ ਮਨ ਨੇਕੀ ਨਾਲ ਭਰਿਆ ਹੋਵੇ, ਜਿਸ ਨੇ ਆਪਣੇ ਅੰਦਰ ਇੱਕ ਸੁਰਤਾ ਪੈਦਾ ਕਰ ਲਈ ਹੋਵੇ ਅਤੇ ਜਿਸ ਦੇ ਮਨ ਅੰਦਰ ਸੱਚ ਦਾ ਪ੍ਰਕਾਸ਼ ਫੈਲਿਆ ਹੋਵੇ, ਅਜਿਹਾ ਆਦਮੀ ਹੀ ਪਵਿੱਤਰ ਚੋਲੇ ਦੇ ਯੋਗ ਹੁੰਦਾ ਹੈ। ਜੋ ਸੱਚ ਅਤੇ ਝੂਠ ਵਿਚਕਾਰ ਨਖੇੜਾ ਨਾ ਕਰ ਸਕੇ ਉਹ ਗਲਤ ਸੋਚਾਂ ਦੇ ਰਾਹ ਪੈ ਜਾਵੇਗਾ ਅਤੇ ਸੱਚ ਦੀ ਪ੍ਰਾਪਤੀ ਨਹੀਂ ਕਰ ਸਕੇਗਾ। ਪਰ ਜੋ ਸੱਚ ਅਤੇ ਝੂਠ ਵਿਚਕਾਰ ਨਖੇੜਾ ਕਰ ਸਕਦਾ ਹੋਵੇ ਉਹ ਸਹੀ ਸੋਚਾਂ ਦੇ ਰਾਹ ਪੈ ਜਾਵੇਗਾ ਅਤੇ ਅੰਤ ਸੱਚ ਨੂੰ ਪ੍ਰਾਪਤ ਹੋ ਜਾਵੇਗਾ। ਜਿਵੇਂ ਮਾੜੀ ਛੱਤ ਵਾਲੇ ਘਰ ਅੰਦਰ ਮੀਂਹ ਆਣ ਵੜਦਾ ਹੈ, ਉਸੇ ਤਰ੍ਹਾਂ ਖੁੱਲ੍ਹੇ ਛੱਡੇ ਮਨ ਅੰਦਰ ਤੀਬਰ ਮਨੋਭਾਵ ਅਤੇ ਇੱਛਾਵਾਂ ਆਣ ਵੜਦੀਆਂ ਨੇ। ਪਰ ਜਿਵੇਂ ਮਜ਼ਬੂਤ ਛੱਤ ਵਾਲੇ ਘਰ ਦਾ ਮੀਂਹ ਕੁਝ ਨਹੀਂ ਵਿਗਾੜ ਸਕਦਾ, ਉਸੇ ਤਰ੍ਹਾਂ ਵਿਕਸਿਤ ਮਨ ਦਾ ਤੀਬਰ ਮਨੋਭਾਵ ਅਤੇ ਇੱਛਾਵਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ। ਮਾੜੇ ਕੰਮ ਕਰਨ ਵਾਲਾ ਬੰਦਾ ਦੋਹਾਂ ਸੰਸਾਰਾਂ ਅੰਦਰ ਦੁੱਖ ਭੋਗਦਾ ਹੈ। ਉਹ ਸਿਰਫ ਦੁੱਖ ਭੋਗਦਾ ਹੀ ਨਹੀਂ ਸਗੋਂ ਆਪਣੇ ਕੀਤੇ ਮਾੜੇ ਕਰਮਾਂ ਨੂੰ ਦੇਖ ਕੇ ਉਹਨਾਂ ਦਾ ਸੋਗ ਵੀ ਮਨਾਉਂਦਾ ਹੈ। ਦੂਸਰੇ ਪਾਸੇ ਚੰਗੇ ਕੰਮ ਕਰਨ ਵਾਲਾ ਬੰਦਾ ਦੋਹਾਂ ਸੰਸਾਰਾਂ ਅੰਦਰ ਖੁਸ਼ੀਆਂ ਮਨਾਉਂਦਾ ਹੈ। ਇੰਨਾ ਹੀ ਨਹੀਂ ਸਗੋਂ ਆਪਣੇ ਕੀਤੇ ਚੰਗਾ ਕੰਮਾਂ ਨੂੰ ਦੇਖ ਕੇ ਉਹ ਪ੍ਰਸੰਨ ਚਿੱਤ ਵੀ ਮਹਿਸੂਸ ਕਰਦਾ ਹੈ। ਬੁਰੇ ਕੰਮ ਕਰਨ ਵਾਲਾ ਆਦਮੀ ਇਸ ਸੰਸਾਰ ਵਿੱਚ ਵੀ ਦੁਖੀ ਹੁੰਦਾ ਹੈ ਅਤੇ ਅਗਲੇ ਸੰਸਾਰ ਵਿੱਚ ਵੀ ਦੁਖੀ ਹੁੰਦਾ ਹੈ। ਮੈਥੋਂ ਬੁਰਾ ਕੰਮ ਹੋ ਗਿਆ, ਇਸ ਤਰ੍ਹਾਂ ਮੁੜ ਵਿਰਲਾਪ ਕਰਦਾ ਹੈ ਅਤੇ ਦੁੱਖ ਦੇ ਰਾਹ 'ਤੇ ਪਛਤਾਤਾਪ ਕਰਦਾ ਹੈ। ਨੇਕ ਕੰਮ ਕਰਨ ਵਾਲਾ ਆਦਮੀ ਇਸ ਸੰਸਾਰ ਵਿੱਚ ਵੀ ਅਤੇ ਅਗਲੇ ਸੰਸਾਰ ਵਿੱਚ ਵੀ ਖੁਸ਼ੀਆਂ ਮਨਾਉਂਦਾ ਹੈ। ਮੈਂ ਨੇਕ ਕੰਮ ਕੀਤਾ ਹੈ, ਇਸ ਤਰ੍ਹਾਂ ਉਹ ਵਾਰ-ਵਾਰ ਜਸ਼ਨ ਮਨਾਉਂਦਾ ਹੈ ਅਤੇ ਖੁਸ਼ੀ ਦੇ ਰਾਹ 'ਤੇ ਆਨੰਦ ਮਨਾਉਂਦਾ ਹੈ। ਜੇ ਕੋਈ ਆਦਮੀ ਉੱਚੀਆਂ ਸੁੱਚੀਆਂ ਗੱਲਾਂ ਤਾਂ ਬਹੁਤ ਕਰੇ ਪਰ ਆਪ ਉਹਨਾਂ 'ਤੇ ਅਮਲ ਨਾ ਕਰੇ ਤਾਂ ਉਸ ਨੂੰ ਬੇਸਮਝ ਕਿਹਾ ਜਾਂਦਾ ਹੈ। ਇਹ ਬੇਸਮਝ ਆਦਮੀ ਉੱਚੇ ਸੁੱਚੇ ਜੀਵਨ ਦਾ ਆਨੰਦ ਕਦੇ ਨਹੀਂ ਮਾਣ ਸਕਦਾ। ਇਹ ਤਾਂ ਉਸ ਚਰਵਾਹੇ ਵਰਗਾ ਹੁੰਦਾ ਹੈ ਜਿਹੜਾ ਆਪਣੇ ਮਾਲਕ ਦੀਆਂ ਗਾਵਾਂ ਗਿਣਦਾ ਰਹੇ, ਜਦ ਕਿ ਉਹ ਆਦਮੀ ਜਿਹੜਾ ਉੱਚੀਆਂ ਸੁੱਚੀਆਂ ਗੱਲਾਂ ਤਾਂ ਘੱਟ ਹੀ ਕਰੇ
ਪਰ ਉਹਨਾਂ 'ਤੇ ਅਮਲ ਪੂਰਾ ਕਰੇ। ਉਹ ਵਾਸਨਾ, ਨਫ਼ਰਤ ਅਤੇ ਭਰਮ ਤੋਂ ਮੁਕਤ ਹੋਵੇ। ਉਸ ਦੀ ਦ੍ਰਿਸ਼ਟੀ ਸਹੀ ਹੋਵੇ ਅਤੇ ਮਨ ਆਜ਼ਾਦ ਹੋਵੇ। ਉਹ ਅੱਜ ਜਾਂ ਭਲਕੇ ਲਈ ਕਿਸੇ ਵੀ ਤਰ੍ਹਾਂ ਦੇ ਲਾਲਚ ਤੋਂ ਮੁਕਤ ਹੋਵੇ। ਇਸ ਤਰ੍ਹਾਂ ਦੇ ਆਦਮੀ ਦੇ ਜੀਵਨ ਨੂੰ ਪਵਿੱਤਰਤਾ ਦਾ ਜੀਵਨ ਕਿਹਾ ਜਾਂਦਾ ਹੈ। ਇਹ ਸੀ ਧੰਮਪਦ ਦਾ ਪਹਿਲਾ ਅਧਿਆਇ, ਜਿਹਦਾ ਨਾਮ ਦਿੱਤਾ ਗਿਆ ਹੈ ਜੁੜਵੇਂ ਰਾਹ। ਮੈਂ ਆਸ ਕਰਦਾ ਹਾਂ ਕਿ ਮਹਾਤਮਾ ਬੁੱਧ ਜੀ ਦੇ ਵਿਚਾਰਾਂ ਨੂੰ ਸੁਣ ਕੇ ਤੁਸੀਂ ਪ੍ਰਭਾਵਿਤ ਹੋਏ ਹੋਵੋਗੇ। ਇਸੇ ਸਿਲਸਿਲੇ ਦੇ ਵਿੱਚ, ਇਸੇ ਲੜੀ ਦੇ ਵਿੱਚ ਮੈਂ ਜਲਦੀ ਹੀ ਇੱਕ ਹੋਰ ਵੀਡੀਓ ਲੈ ਕੇ ਆਵਾਂਗਾ, ਜਿਹਦੇ ਵਿੱਚ ਚਰਚਾ ਕਰਾਂਗੇ ਚੇਤਨਾ ਬਾਰੇ। ਸੋ ਇਸੇ ਦੁਆ ਨਾਲ ਮੈਂ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਕਿ ਤੁਸੀਂ ਮਹਾਤਮਾ ਬੁੱਧ ਜੀ ਦੇ ਵਿਚਾਰਾਂ ਨੂੰ ਸੁਣ ਕੇ ਉਹਨਾਂ ਨੂੰ ਆਪਣੇ ਜੀਵਨ 'ਚ ਅਪਣਾਉਣ ਦੀ ਕੋਸ਼ਿਸ਼ ਕਰੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।